यस गुड मॉर्निंग। हाँ जी बेटे, अज आप अगों शुरू करांगे जी स्टोरी अपनी बची हुई है पत्ता पेज नंबर 13 तो जिदन आप उत्थे समअप की सी स्टोरी जदों पीतो ते नामो जड़ियाँ आ खेतों के विच पत्ता देन जांदियां आ तो उस तो बाद जिहड़ा आ जदों पहला नामो अपने भरा ते पिता नूं पत्ता देन तो बाद जिहड़ी पीतो आ वो अपने जिहड़ी आ खेतों नूं जांदी आ बापू नूं पत्ता फड़ाउण दे लई ते उत्थे जिहड़ी आ पीतो नूं सारे प्यार करदे आ सारे पुचकारदे आ ते उत्थे जिहड़ी आ नामो ये चीज़ दी जिहड़ी आ उहनूं इस तरह प्रतीत हुंदा है कि जिवें पीतो नूं सारे प्यार करदे आ पुचकारदे आ पर नामो दी किसी नूं भी कोई कदर नहीं है। सो जदों तुसीं क्वेश्चन जे तुहानूं मान लो इस तरह आंदा आ कि नामो ते पीतो जड़ियाँ आ ਉਹ किस विषय ਨੂੰ ਲੈ ਕੇ ਜਿਹੜੀਆਂ ਆ ਗੱਲਾਂ ਬਾਤਾਂ ਸ਼ੁਰੂ ਕਰਦੀਆਂ ਆ ਤਾਂ ਤੁਸੀਂ ਜਿਹੜਾ ਆ ਆਪਾਂ पेज नंबर 12 ਤੋਂ ਸ਼ੁਰੂ ਕੀਤਾ ਸੀ ਇਸ ਟੌਪਿਕ ਨੂੰ ਡਿਸਕਸ ਕਰਨਾ ਕਿ ਸਭ ਤੋਂ ਪਹਿਲਾਂ ਜਦੋਂ ਨਾਮੋ ਦਾ ਪਿਤਾ ਜਿਹੜਾ ਆ ਉਹ ਪੀਤੋ ਨੂੰ ਪੁੱਛਦਾ ਆ ਕਿ ਉਹਦੀ ਭਾਬੀ ਜਿਹੜੀ ਆ ਖੇਤਾਂ ਦੇ ਵਿੱਚ ਪੱਤਾ ਲੈ ਕੇ ਕਿਉਂ ਨਹੀਂ ਆਂਦੀ ਤਾਂ ਉਸ ਤੋਂ ਬਾਅਦ ਜਿਹੜੀਆਂ ਦੋਨੋਂ ਸਹੇਲੀਆਂ ਨਾਮੋ ਤੇ ਪੀਤੋ ਜਿਹੜੀਆਂ ਆ ਜਦੋਂ ਗੱਲਾਂ ਬਾਤਾਂ ਸ਼ੁਰੂ ਕਰਦੀਆਂ ਆ ਤਾਂ ਉਹ ਇੱਥੋਂ ਸ਼ੁਰੂ ਕਰਦੀਆਂ ਆ ਕਿ ਉਹ ਆਪਣੀਆਂ ਆਪਣੀਆਂ ਭਾਬੀਆਂ ਨੂੰ ਪੁੱਛਣਗੀਆਂ ਕਿ ਉਹ ਖੇਤਾਂ ਦੇ ਵਿੱਚ ਪੱਤਾ ਲੈ ਕੇ क्यों नहीं जांदियां। सो इत्थों जिहड़ी आ दोनों दी जिहड़ी आ नामो ते पीतो दी गलबात शुरू हुंदी है। सो जदों तुसीं क्वेश्चन अटैम्प्ट करोगे तो इत्थों ही अटैम्प्ट करोगे कि नामो ते पीतो दी जिहड़ी वार्तालाप आ या गलबात है अपने भरजाइयां नूं लैके हुंदी है जिथे ओह ये जिहड़ियां आ ओह कहंदियां आ कि असीं अपणियां अपणियां भरजाइयां नूं खेतां दे विच चलण लई कवांगीआं जे ना नुक्कर करनगीआं तो इसका कारण पुछणगीआं। ठीक, उस तो बाद जिहड़ी अज आपां कंटिन्यू करनी आ पेज नंबर 13 तो पीतो ने कामिया दी खुशामद ते नामो दी उदासी कुछ ना गौलिया। गौलिया मतलब ध्यान ना दिता, खुशामद हुंदी है प्रशंसा। ਉਹ ਝੱਟ ਰੋਟੀਆਂ ਫੜਾ ਮੁੜ ਪਈਆਂ, ਭਾਂਡੇ ਆਪੇ ਬਾਪੂ ਲੈ ਆਊ। ਰਾਹ ਵਿੱਚ ਨਾਮੋ ਕੇ ਮੁਰੱਬਿਓ ਮਤਲਬ ਜ਼ਮੀਨ, ਗੰਡਵਾ ਮਤਲਬ ਗੜਵੀ। ਨਾਮੋ ਨੇ ਫੜ ਲਿਆ ਤੇ ਦੋਵੇਂ ਘਰਾਂ ਵੱਲ ਨੂੰ ਮੁੜ ਪਈਆਂ। ਉਹਦੇ ਨਾਲ ਆਪਾਂ ਇੱਥੋਂ ਤੱਕ ਜਿਹੜੀ ਆ ਸਟੋਰੀ ਪੜ੍ਹ ਲਈ ਅਸੀਂ। ਕੁਝ ਭਲਕੇ ਵੀ ਰੋਟੀ ਦੇਣ ਤੂੰ ਹੀ ਆਵੇਂਗੀ, ਨਾਮੋ ਨੇ ਪੀਤੋ ਕੋਲੋਂ ਪੁੱਛਿਆ। ਸੋ ਜਦੋਂ ਉਹਨਾਂ ਦੀ ਗੱਲਬਾਤ ਜਿਹੜੀ ਆ ਉਹ ਸ਼ੁਰੂ ਹੁੰਦੀ ਆ ਤਾਂ ਉਸ ਤੋਂ ਬਾਅਦ ਜਿਹੜੀ ਆ ਤੁਸੀਂ ਇਹ ਸਾਰੀ ਵਿਚਾਰ ਚਰਚਾ ਲਿਖਣੀ ਹੈ ਕਿ ਜਿਹੜੀ ਨਾਮੋ ਆ ਪੀਤੋ ਨੂੰ ਇਹ ਵੀ ਪੁੱਛਦੀ ਆ ਕਿ ਅੱਗੇ ਤੋਂ ਰੋਟੀ ਜਿਹੜੀ ਆ ਖੇਤਾਂ ਦੇ ਵਿੱਚ ਉਹੀ ਦੇਣ ਆਵੇਗੀ। ਨੀ ਭੈਣੇ ਮੈਂ ਤਾਂ ਅੱਜ ਥੱਕ ਗਈ। ਪੀਤੋ ਥਕੇਵੇਂ ਦਾ ਸਾਹ ਭਰ ਕੇ ਬੋਲੀ ਕਿ ਬਹਿ ਕੇ ਆਰਾਮ ਕਰ ਲਈਏ। ਹੁਣ ਜਿਹੜੀ ਆ ਉਹ ਤੁਹਾਨੂੰ ਇੰਨੀ ਗੱਲ ਦਾ ਪਤਾ ਆ ਕਿ ਪੀਤੋ ਜਿਹੜੀ ਸੀ ਉਹ ਰੋਜ਼ ਖੇਤਾਂ ਦੇ ਵਿੱਚ ਪੱਤਾ ਲੈ ਕੇ ਨਹੀਂ ਜਾਂਦੀ ਸੀ। ਉਹਨੂੰ ਇਸ ਕਰਕੇ ਇੰਨੀ ਚੱਲਣ ਦੀ ਆਦਤ ਨਹੀਂ ਸੀ ਕਿਉਂਕਿ ਉਹਦੀ ਵਾਰੀ ਕਦੀ ਕਦਾਈ ਆਉਂਦੀ ਸੀ ਜਾਂ ਤਾਂ ਉਹਦੀ ਮਾਂ ਜਿਹੜੀ ਆ ਉਹ ਪੱਤਾ ਦੇਣ ਜਾਂਦੀ ਸੀ ਤੇ ਕਦੀ ਕਦੀ ਉਹਦਾ ਬਾਪੂ ਜਿਹੜਾ ਖੁਦ ਹੀ ਜਿਹੜਾ ਆ ਕਾਮਿਆਂ ਦੇ ਲਈ ਪੱਤਾ ਲੈ ਕੇ ਚਲਾ ਜਾਂਦਾ ਸੀ। ਪਰ ਜੇ ਉਹਦਾ ਪਿਓ ਵੀ ਗਿਆ ਹੁੰਦਾ ਤਾਂ ਫਿਰ ਕਦੀ ਕਦਾਈ ਜਿਹੜੀ ਆ ਪੀਤੋ ਦੀ ਵਾਰੀ ਆਉਂਦੀ ਸੀ। ਇਸ ਕਰਕੇ ਪੀਤੋ ਨੂੰ ਇੰਨਾ ਤੁਰਨ ਦੀ ਆਦਤ ਨਹੀਂ ਸੀ। ਪਰ ਨਾਮੋ ਜਿਹੜੀ ਆ ਉਹਦਾ ਇਹ ਨਿੱਤ ਦਾ ਕੰਮ ਸੀ। ਉਹ ਰੋਜ਼ ਆਪਣੇ ਭਰਾ ਤੇ ਪਿਤਾ ਲਈ ਪੱਤਾ ਲੈ ਕੇ ਜਾਂਦੀ ਸੀ। ਇਸ ਕਰਕੇ ਜਦੋਂ ਉਹ ਦੇਖਦੀ ਆ ਕਿ ਪੀਤੋ ਜਿਹੜੀ ਆ ਥੱਕ ਗਈ ਆ, ਉਹਨੂੰ ਸਾਹ ਜਿਹੜਾ ਆ ਚੜਿਆ ਆ ਤਾਂ ਉਹ ਕੀ ਕਹਿੰਦੀ ਆ ਕਿ ਆਪਾਂ ਝੱਟ ਘੜੀ ਬੈਠ ਕੇ ਥੋੜ੍ਹੀ ਦੇਰ ਆਰਾਮ ਕਰ ਲਈਏ। ਉਸ ਟਾਲੀ ਦੀ ਛਾਵੇਂ ਬੈਠਾਂਗੇ। ਨਾਮੋ ਨੇ ਇੱਕ ਟਾਲੀ ਵੱਲ ਜੋ 2 ਕਿੱਲੇ ਦੀ ਵਿੱਥ 'ਤੇ ਸੀ ਉਂਗਲ ਕਰਕੇ ਕਿਹਾ। ਜਦੋਂ ਟਾਲੀ ਹੇਠ ਆਪਣੀਆਂ ਮਤਲਬ ਪਹੁੰਚੀਆਂ ਤਾਂ ਪੀਤੋ ਝੱਟ ਨਾਲ ਬੈਠ ਗਈ, ਨਾਮੋ ਵੀ ਬੈਠ ਗਈ। ਉਸ ਤੋਂ ਬਾਅਦ ਜਿਹੜੀਆਂ ਆ ਦੋਨੋਂ ਸਹੇਲੀਆਂ ਆਰਾਮ ਕਰਨ ਦੇ ਲਈ ਜਿਹੜੀਆਂ ਸੀ ਇੱਕ ਟਾਲੀ ਦੇ ਰੁੱਖ ਹੇਠ ਜਿਹੜੀਆਂ ਬੈਠ ਗਈਆਂ ਕਿਉਂਕਿ ਪੀਤੋ ਜਿਹੜੀ ਸੀ ਉਹਨੂੰ ਚੱਲਣ ਦੀ ਆਦਤ ਨਹੀਂ ਸੀ। ਇਸ ਕਰਕੇ ਉਹਨਾਂ ਨੇ ਕੀ ਫੈਸਲਾ ਕੀਤਾ ਕਿ ਉਹ ਕੁਝ ਘੜੀ ਟਾਲੀ ਦੇ ਰੁੱਖ ਹੇਠ ਬੈਠ ਕੇ ਆਰਾਮ ਕਰਨਗੀਆਂ ਤੇ ਜਦੋਂ ਪੀਤੋ ਦਾ ਥਕੇਵਾਂ ਉਤਰ ਜਾਏਗਾ ਤਾਂ ਉਹ ਵਾਪਸ ਘਰ ਨੂੰ ਜਾਣਗੀਆਂ। ਪੀਤੋ ਤੂੰ ਤਾਂ ਬੜੀ ਛੇਤੀ ਥੱਕ ਗਈ, ਨਾਮੋ ਨੇ ਕਿਹਾ। ਐਡੀ ਛੇਤੀ ਥੱਕ ਜਾਈਏ? ਮੈਂ ਤਾਂ ਕੋਹ ਤੁਰ ਕੇ ਨਾ ਥੱਕਾਂ। ਹੁਣ ਤੱਕ ਉਹ ਕੋਹ ਦੀ ਵਿੱਥ ਵੱਧ ਤੁਰ ਚੁੱਕੀਆਂ ਸਨ ਪਰ ਨਾਮੋ ਦੇ ਕੋਹ ਦਾ ਅਰਥ ਕੋਈ ਥਕਾ ਦੇਣ ਵਾਲੀ ਪੰਡ ਨਹੀਂ ਸੀ। ਪੰਡ ਮਤਲਬ ਚੀਜ਼। ਹੁਣ ਜਿਹੜੀ ਆ ਪੀਤੋ ਨੂੰ ਤੁਰਨ ਦੀ ਆਦਤ ਨਹੀਂ ਸੀ ਇਸ ਕਰਕੇ ਉਹ ਸਿਰਫ ਕੋਹ ਪੈਂਡਾ ਤੁਰ ਕੇ ਹੀ ਥੱਕ ਗਈ ਸੀ। ਪਰ ਨਾਮੋ ਜਿਹੜੀ ਆ ਉਹਦੀ ਰੋਜ਼ ਦੀ ਆਦਤ ਸੀ। ਉਹ ਰੋਜ਼ ਇੰਨਾ ਪੈਂਡਾ ਜਿਹੜਾ ਆ ਪੈਦਲ ਤੁਰ ਕੇ ਜਾਂਦੀ ਸੀ। ਇਸ ਕਰਕੇ ਨਾਮੋ ਦੇ ਲਈ ਕੋਹ ਦਾ ਪੈਂਡਾ ਤੈਅ ਕਰਨਾ ਕੋਈ ਥਕਾਣ ਵਾਲੀ ਚੀਜ਼ ਨਹੀਂ ਸੀ। ਪਰ ਪੀਤੋ ਜਿਹੜੀ ਆ ਉਹਨੂੰ ਇਸ ਚੀਜ਼ ਨੇ ਕਾਫੀ ਥਕਾ ਦਿੱਤਾ ਸੀ। ਭੈਣੇ ਮੈਂ ਤਾਂ ਥੱਕ ਗਈ, ਮੇਰਾ ਤਾਂ ਜਾਣੀ ਸਿਰ ਘੁੰਮਦਾ, ਪੀਤੋ ਨੇ ਸਿਰ ਨੂੰ ਫੜ ਕੇ ਕਿਹਾ। ਹੁਣ ਪੀਤੋ ਭਾਬੀ ਨੇ ਇੱਕ ਬਾਗ ਲਾ ਲੈਣਾ। ਮਾਂ ਕਹਿੰਦੀ ਹੈ ਤੂੰ ਉਹਦੇ ਵਾਲਾ ਚਰਖਾ ਲੈ ਕੇ ਕੱਤਿਆ ਕਰੀ। ਹੁਣ ਜਿਹੜੀ ਹੈ ਇੱਥੇ ਨਾਮੋ ਕੀ ਕਹਿੰਦੀ ਹੈ, ਪੀਤੋ
ਭਾਬੀ ਨੇ ਇੱਕ ਬਾਗ ਲਾ ਲੈਣਾ। ਬਾਗ ਜਿਹੜਾ ਆ ਉਹ ਕਢਾਈ ਵਾਲਾ ਦੁਪੱਟਾ ਹੁੰਦਾ ਹੈ ਜਿਹਦੇ ਵਿੱਚ ਜਿਹੜੀ ਆ ਪੂਰੀ ਕਢਾਈ ਕੱਢੀ ਹੁੰਦੀ ਹੈ। ਤਾਂ ਉਹ ਕੀ ਕਹਿੰਦੀ ਹੈ ਕਿ ਉਹਦੀ ਭਾਬੀ ਨੇ ਹੁਣ ਜਿਹੜਾ ਆ ਇੱਕ ਬਾਗ ਲਾ ਲੈਣਾ ਹੈ। ਤੇ ਮਾਂ ਕੀ ਕਹਿੰਦੀ ਹੈ ਕਿ ਉਹਦੇ ਵਾਲਾ ਚਰਖਾ ਲੈ ਕੇ ਕੱਤਿਆ ਕਰੇ, ਕਿ ਜਿਹੜੀ ਨਾਮੋ ਹੈ ਉਹ ਵੀ ਆਪਣੀ ਜਿਹੜੀ ਭਾਬੀ ਦਾ ਚਰਖਾ ਆ ਉਹ ਲੈ ਕੇ ਉਹਦੇ ਨਾਲ ਕੱਤਿਆ ਕਰੇਗੀ। ਕਦੇ ਤੁਹਾਡੇ ਘਰ ਛੋਪ ਹੁੰਦੀ ਹੈ ਕਢਾਈ ਕਰਨੀ, ਕਦੇ ਤੁਹਾਡੇ ਘਰ ਛੋਪ ਪਾ ਲਿਆ ਕਰਾਂਗੇ, ਕਦੇ ਸਾਡੇ। ਨਾਮੋ ਨੇ ਸਮਝੋ ਪੀਤੋ ਨੂੰ ਦਰਖਾਸਤ ਹੁੰਦਾ ਬੇਨਤੀ ਕਰਨਾ। ਸੋ ਨਾਮੋ ਜਿਹੜੀ ਹੈ ਉਹ ਆਪਣੀ ਸਹੇਲੀ ਪੀਤੋ ਨੂੰ ਕੀ ਕਹਿੰਦੀ ਹੈ ਕਿ ਉਹ ਜਿਹੜੀ ਆ ਕਦੀ ਕਦਾਈ ਜਿਹੜੀ ਆ ਪੀਤੋ ਦੇ ਘਰ ਜਾ ਕੇ ਕਢਾਈ ਕਰੇਗੀ ਤੇ ਕਦੀ ਆਪਣੇ ਘਰ। ਜਿਸ ਤਰ੍ਹਾਂ ਉਹ ਇੱਕ ਤਰ੍ਹਾਂ ਆਪਣੀ ਸਹੇਲੀ ਨੂੰ ਬੇਨਤੀ ਕਰ ਰਹੀ ਸੀ ਕਿ ਕਦੀ ਕਦਾਈ ਪੀਤੋ ਜਿਹੜੇ ਆ ਉਹਦੇ ਘਰ ਆ ਜਾਇਆ ਕਰੇ। ਹੁਣ ਜਦੋਂ ਤੁਸੀਂ ਲਿਖਣਾ ਆ ਕਿ ਉਹ ਕਿਸ ਵਿਸ਼ੇ ਤੇ ਗੱਲਬਾਤ ਕਰਦੀਆਂ ਆ ਤੇ ਤੁਸੀਂ ਇਹ ਵੀ ਦੱਸਣਾ ਆ ਕਿ ਉਹ ਜਿਹੜੀ ਆ ਆਪਣੀ ਨਾਮੋ ਜਿਹੜੀ ਆ ਇਹ ਵੀ ਆਪਣੀ ਭਰਜਾਈ ਦੀਆਂ ਸਿਫਤਾਂ ਕਰਦੀ ਆ, ਪ੍ਰਸ਼ੰਸਾ ਕਰਦੀ ਆ ਕਿ ਉਹਦੀ ਭਰਜਾਈ ਨੇ ਹੁਣ ਜਿਹੜਾ ਆ ਇੱਕ ਬਾਗ ਲਾਣਾ ਹੈ, ਉਹਨੇ ਉਹਦਾ ਚਰਖਾ ਲੈ ਕੇ ਕੱਤਿਆ ਕਰਨਾ ਆ। ਤੇ ਨਾਲ ਹੀ ਆਪਣੀ ਸਹੇਲੀ ਨੂੰ ਬੇਨਤੀ ਕਰਦੀ ਆ ਕਿ ਉਹਦੇ ਘਰ ਜਿਹੜਾ ਆ ਕੇ ਉਹਦੇ ਨਾਲ ਚਰਖਾ ਕੱਤਿਆ ਕਰੇ। ਤੁਹਾਡੇ ਘਰ ਭੈਣੇ ਤੇਰੀ ਮਾਂ ਤੋਂ ਡਰ ਲੱਗਦਾ, ਸਾਡੇ ਘਰ ਹੀ ਆ ਜਾਇਆ ਕਰੀ, ਪੀਤੋ ਨੇ ਕੁਝ ਮੜਕ ਨਾਲ ਜਵਾਬ ਦਿੱਤਾ। ਪਰ ਪੀਤੋ ਜਿਹੜੀ ਸੀ ਉਹ ਇਸ ਚੀਜ਼ ਨੂੰ ਜਾਣਦੀ ਸੀ ਕਿ ਜਿਹੜੀ ਨਾਮੋ ਦੀ ਮਾਂ ਆ ਉਹ ਕਰਾਰੇ ਸੁਭਾਅ ਦੀ ਆ, ਲੜਾਕੇ ਸੁਭਾਅ ਦੀ ਆ ਤੇ ਗੱਲ ਤੇ ਗਾਲਾਂ ਕੱਢਦੀ ਹੈ। ਇਸ ਕਰਕੇ ਜਦੋਂ ਨਾਮੋ ਨੇ ਪੀਤੋ ਨੂੰ ਦਰਖਾਸਤ ਕੀਤੀ ਕਿ ਉਹਦੇ ਘਰ ਆ ਕੇ ਉਹਦੇ ਨਾਲ ਚਰਖਾ ਕੱਤਿਆ ਕਰੇ, ਤਾਂ ਜਿਹੜੀ ਪੀਤੋ ਸੀ ਉਹਨੂੰ ਨਾਮੋ ਦੀ ਮਾਂ ਤੋਂ ਡਰ ਲੱਗਦਾ ਸੀ। ਇਸ ਕਰਕੇ ਉਹਨੇ ਕੀ ਕਿਹਾ ਕਿ ਤੇਰੇ ਘਰ ਨਹੀਂ, ਕਿਉਂਕਿ ਉਹਦੀ ਮਾਂ ਤੋਂ ਉਹਨੂੰ ਡਰ ਲੱਗਦਾ ਹੈ। ਇਸ ਕਰਕੇ ਉਹਨੇ ਕੀ ਕਿਹਾ ਕਿ ਤੂੰ ਮੇਰੇ ਘਰ ਹੀ ਆ ਜਾਇਆ ਕਰੀ, ਉੱਥੇ ਆਪਾਂ ਰਲ ਕੇ ਦੋਨੋਂ ਜਾਣੀਆਂ ਚਰਖਾ ਕੱਤਾਂਗੇ। ਚੰਗਾ ਫਿਰ ਕਦੇ ਸਾਡੇ ਵੀ ਪਾ ਲਿਆ ਕਰਾਂਗੇ, ਕਦੇ ਨੂੰ ਨਹੀਂ ਮੇਰੀ ਮਾਂ ਕੁਝ ਕਹਿੰਦੀ। ਨਾਮੋ ਨੇ ਹਾਰ ਮੰਨ ਕੇ ਕਿਹਾ। ਹੁਣ ਨਾਮੋ ਜਿਹੜੀ ਸੀ ਉਹਨੂੰ ਇੰਨੀ ਗੱਲ ਦਾ ਪਤਾ ਸੀ ਕਿ ਉਹਦੀ ਮਾਂ ਜਿਹੜੀ ਆ ਉਹ ਡਾਢੇ ਸੁਭਾਅ ਦੀ ਆ, ਲੜਾਕੇ ਸੁਭਾਅ ਦੀ ਹੈ। ਇਸ ਕਰਕੇ ਉਹ ਆਪਣੀ ਸਹੇਲੀ ਦੀ ਗੱਲ ਜਿਹੜੀ ਸੀ ਝੱਟ ਮੰਨ ਗਈ ਔਰ ਉਹਨੇ ਕੀ ਕਿਹਾ ਕਿ ਕੋਈ ਨਾ, ਜਿਹੜਾ ਹੈ ਕਦੀ ਜਿਹੜੀ ਆ ਸਾਡੇ ਘਰ ਕਰ ਲਿਆ ਕਰਾਂਗੇ ਤੇ ਕਦੀ ਜਿਹੜਾ ਆ ਉਹਨਾਂ ਦੇ ਘਰ, ਕਿਉਂਕਿ ਕਦੀ ਕਦਾਈ ਆਉਣ ਨੂੰ ਉਹਦੀ ਮਾਂ ਜਿਹੜੀ ਆ ਕੁਝ ਵੀ ਨਹੀਂ ਕਹੇਗੀ। ਨਾਮੋ ਤੇਰੀ ਭਾਬੀ ਕਹੀ ਹੈ। ਹੁਣ ਜਿਹੜੀ ਆ ਪੀਤੋ ਆਪਣੀ ਭਰਜਾਈ ਨੂੰ ਜਿਹੜੀ ਆ ਆਪਣੀ ਸਹੇਲੀ ਨੂੰ ਨਾਮੋ ਨੂੰ ਉਹਦੀ ਭਰਜਾਈ ਬਾਰੇ ਪੁੱਛਦੀ ਹੈ ਕਿ ਕਿਹੋ ਜਿਹੀ ਹੈ। ਨਾਮੋ ਤੇਰੀ ਭਾਬੀ ਕਹੀ ਹੈ। ਪੀਤੋ ਨੇ ਆਪਣੀ ਵਡਿਆਈ ਜਤਾਉਣ ਲਈ ਪੁੱਛਿਆ, ਤੇਰੇ ਨਾਲ ਚੰਗਾ ਵਰਤਦੀ ਆ। ਹੁਣ ਉਹਨਾਂ ਦੀ ਜਿਹੜੀ ਅਗਲੀ ਗੱਲਬਾਤ ਹੈ ਉਹ ਆਪਣੀਆਂ ਭਰਜਾਈਆਂ ਨੂੰ ਲੈ ਕੇ ਹੁੰਦੀ ਹੈ ਕਿ ਅਸਲ ਮਾਇਨੇ 'ਚ ਉਹਨਾਂ ਦੀਆਂ ਭਾਬੀਆਂ ਕਿਹੋ ਜਿਹੀਆਂ ਆ। ਇਸ ਕਰਕੇ ਪੀਤੋ ਜਿਹੜੀ ਹੈ ਉਹ ਆਪਣੀ ਵਡਿਆਈ ਜਤਾਉਣ ਲਈ ਕਿ ਉਹਦੀ ਭਰਜਾਈ ਬਹੁਤ ਚੰਗੀ ਹੈ, ਇਸ ਕਰਕੇ ਆਪਣੀ ਸਹੇਲੀ ਨਾਮੋ ਨੂੰ ਪੁੱਛਦੀ ਹੈ ਕਿ ਉਹਦੀ ਭਰਜਾਈ ਜਿਹੜੀ ਹੈ ਕਿਹੋ ਜਿਹੀ ਹੈ, ਉਹਦਾ ਸੁਭਾਅ ਕਿਹੋ ਜਿਹਾ ਆ, ਉਹ ਉਹਦੇ ਨਾਲ ਚੰਗਾ ਵਤੀਰਾ ਕਰਦੀ ਹੈ ਜਾਂ ਨਹੀਂ ਕਰਦੀ, ਉਹਦੇ ਨਾਲ ਚੰਗਾ ਵਰਤਦੀ ਹੈ ਜਾਂ ਨਹੀਂ ਵਰਤਦੀ। ਚੰਗਾ ਹੀ ਹੈ, ਨਾਮੋ ਨੇ ਜਵਾਬ ਦਿੱਤਾ। ਨਾਮੋ ਭਰਜਾਈ ਵੱਲੋਂ ਹਾਲੇ ਨਿਰਾਸ਼ ਨਹੀਂ ਸੀ ਹੋਈ, ਹਾਲੇ ਤਾਂ ਚੰਗੀ ਹੈ, ਅੱਗੇ ਦਾ ਪਤਾ ਨਹੀਂ। ਸੋ ਇੱਥੇ ਤੁਸੀਂ ਇਹ ਜਿਹੜਾ ਜ਼ਿਕਰ ਕਰਨਾ ਆ ਕਿ ਦੋਨੋਂ ਹੀ ਜਿਹੜੀਆਂ ਆ ਆਪਣੀ ਭਰਜਾਈ ਦੀਆਂ ਸਿਫਤਾਂ ਕਰਦੀਆਂ ਆ ਔਰ ਆਪਣੀ ਭਰਜਾਈ ਤੋਂ ਸੰਤੁਸ਼ਟ ਸੀ। ਇਸ ਕਰਕੇ ਨਾਮੋ ਜਿਹੜੀ ਆ ਉਹ ਆਪਣੀ ਸਹੇਲੀ ਨੂੰ ਕੀ ਜਵਾਬ ਦਿੰਦੀ ਹੈ ਕਿ ਉਹਦੀ ਭਰਜਾਈ ਜਿਹੜੀ ਹੈ ਹਾਲੇ ਚੰਗੀ ਹੈ, ਉਹ ਹਜੇ ਆਪਣੀ ਭਰਜਾਈ ਦੇ ਜਿਹੜੇ ਵਤੀਰੇ ਤੋਂ ਨਿਰਾਸ਼ ਨਹੀਂ ਹੋਈ। ਉਹ ਕੀ ਕਹਿੰਦੀ ਹੈ ਕਿ ਹਾਲੇ ਤੱਕ ਤਾਂ ਚੰਗੀ ਹੈ, ਅੱਗੇ ਜੋ ਹੋਏਗਾ ਵੇਖਿਆ ਜਾਏਗਾ। ਸੋ ਅਗਲੀ ਜਿਹੜੀ ਵਾਰਤਾਲਾਪ ਦਾ ਉਹਨਾਂ ਦਾ ਵਿਸ਼ਾ ਸੀ ਉਹ ਆਪਣੀਆਂ ਭਰਜਾਈਆਂ ਦਾ ਸੁਭਾਅ ਸੀ ਕਿ ਉਹਨਾਂ ਦੀਆਂ ਭਰਜਾਈਆਂ ਸੁਭਾਅ ਵੱਲੋਂ ਕਿਹੋ ਜਿਹੀਆਂ ਆ। ਮੇਰੀ ਭਾਬੀ ਤਾਂ ਬਾਈ ਬੜੀ ਚੰਗੀ ਏ, ਪੀਤੋ ਫਿਰ ਵਡਿਆਈ ਵਿੱਚ ਆ ਕੇ ਬੋਲੀ। ਇੱਕ ਬਾਗ ਗੁਲਖਾਰਿਆਂ ਦਾ ਕਹਿੰਦਾ ਹੁੰਦਾ ਫੁੱਲਾਂ ਵਾਲੀ ਕਢਾਈ, ਜਿਹਦੇ ਵਿੱਚ ਸਾਰੀ ਜਿਹੜੀਆਂ ਫੁੱਲਾਂ ਦੇ ਨਾਲ ਕਢਾਈ ਕੀਤੀ ਗਈ ਹੋਵੇ। ਗੁਲਖਾਰਿਆਂ ਦਾ ਬੋਲੇ ਵੀ ਲਾ ਲਿਆ ਤੇ ਕਹਿੰਦੀ ਸੀ ਬਈ ਪੇਕਿਆਂ ਤੋਂ ਸਰਪੱਲੂ ਕੱਢ ਕੇ ਲਿਆਉਂ। ਸਰਪੱਲੂ ਹੁੰਦੇ ਸਿਰ ਤੇ ਲੈਣ ਵਾਲਾ ਦੁਪੱਟਾ। ਸੋ ਇੱਥੇ ਜਿਹੜੀ ਪੀਤੋ ਹੈ ਉਹ ਆਪਣੀ ਭਰਜਾਈ ਦੀਆਂ ਸਿਫਤਾਂ ਕਰਦੀ ਪਈ ਹੈ ਔਰ ਸਿਫਤ ਦੇ ਵਿੱਚ ਕੀ ਕਹਿੰਦੀ ਹੈ ਕਿ ਇਹ ਜਿਹੜਾ ਆ ਉਹਦੀ ਭਰਜਾਈ ਨੇ ਉਹਦੇ ਲਈ ਇੱਕ ਫੁੱਲਾਂ ਵਾਲਾ ਜਿਹੜਾ ਹੈ ਦੁਪੱਟਾ ਕੱਢਣਾ ਹੈ, ਬਾਗ ਲਾ ਲੈਣਾ ਹੈ ਤੇ ਪੂਰੀ ਉਹਦੇ ਵਿੱਚ ਫੁੱਲਾਂ ਵਾਲੀ ਕਢਾਈ ਕਰਨੀ ਹੈ। ਤੇ ਉਹਨੇ ਇਹ ਵੀ ਕਿਹਾ ਆ ਕਿ ਜਦੋਂ ਉਹ ਪੇਕਿਆਂ ਦੇ ਜਾਏਗੀ ਤੇ ਉਹਦੇ ਲਈ ਸਿਰ ਦੇ ਉੱਪਰ ਲੈਣ ਵਾਲਾ ਦੁਪੱਟਾ ਕੱਢ ਕੇ ਲਿਆਵੇਗੀ, ਕਢਾਈ ਕਰਕੇ ਲਿਆਵੇਗੀ। ਸੋ ਇੱਥੇ ਜਿਹੜੀ ਪੀਤੋ ਹੈ ਉਹ ਵੀ ਆਪਣੀ ਭਰਜਾਈ ਦੀਆਂ ਸਿਫਤਾਂ ਕਰਦੀ ਨਜ਼ਰ ਆਉਂਦੀ ਹੈ। ਤੈਨੂੰ ਤਾਂ ਸਰਪੱਲੂਆਂ ਦੀ ਲੱਗੀ ਰਹਿੰਦੀ ਹੈ, ਨਾਮੋ ਦੀ ਵੀ ਚੱਲ ਗਈ, ਤੇਰਾ ਤਾਂ ਹੁਣ ਮੁਕਲਾਵਾ ਜਾਣ ਨੂੰ ਜੀ
ਕਰਦਾ। ਸੋ ਇੱਥੇ ਜਿਹੜੀ ਨਾਮੋ ਹੈ ਉਹ ਆਪਣੀ ਸਹੇਲੀ ਨੂੰ ਮਖੌਲ ਕਰਦੀ ਆ, ਮਜ਼ਾਕ ਕਰਦੀ ਆ ਕਿ ਤੂੰ ਤਾਂ ਜਿਹੜਾ ਆ ਇੰਨਾ ਚਾਅ ਤੇ ਕਰਦੀ ਪਈ ਆ, ਤੈਨੂੰ ਇੰਨਾ ਸ਼ੌਂਕ ਚੜਿਆ ਹੋਇਆ ਆ ਕਿ ਜਿਵੇਂ ਤੇਰਾ ਮੁਕਲਾਵਾ ਜਾਣਾ ਹੋਵੇ। ਅੱਗੇ ਜਿਹੜਾ ਨਾ ਪਹਿਲੇ ਜ਼ਮਾਨੇ ਦੇ ਵਿੱਚ ਕੁੜੀਆਂ ਦਾ ਛੋਟੀ ਉਮਰ ਦੇ ਵਿੱਚ ਹੀ ਜਿਹੜਾ ਰਿਸ਼ਤਾ ਤੈਅ ਕਰ ਦਿੰਦੇ ਸੀ, ਵਿਆਹ ਕਰ ਦਿੰਦੇ ਸੀ, ਤੇ ਜਦੋਂ ਕੁੜੀ ਥੋੜੀ ਸਮਝਦਾਰ ਹੁੰਦੀ ਸੀ ਤਾਂ ਉਦੋਂ ਉਹਨੂੰ ਜਿਹੜਾ ਆ ਸਹੁਰੇ ਤੋਰਿਆ ਜਾਂਦਾ ਸੀ, ਉਦੋਂ ਉਹਦਾ ਮੁਕਲਾਵਾ ਦਿੱਤਾ ਜਾਂਦਾ ਸੀ। ਸੋ ਇੱਥੇ ਦੋਨੋਂ ਸਹੇਲੀਆਂ ਜਿਹੜੀਆਂ ਮਖੌਲ ਕਰਦੀਆਂ ਆ, ਨਾਮੋ ਪੀਤੋ ਨੂੰ ਮਖੌਲ ਕਰਦੀ ਆ ਕਿ ਤੂੰ ਤਾਂ ਇੱਦਾਂ ਤਿਆਰੀ ਖਿੱਚੀ ਹੋਈ ਹੈ, ਇੱਦਾਂ ਸ਼ੌਂਕ ਚੜਿਆ ਕਿ ਜਿਵੇਂ ਤੇਰਾ ਮੁਕਲਾਵਾ ਜਾਣਾ ਹੋਵੇ। ਕਿਧਰੇ ਦੀ ਕਿਧਰੇ ਗੱਲ ਲੈ ਜਾਂਦੀ ਹੈ, ਪੀਤੋ ਨੇ ਸ਼ਰਮਿੰਦੀ ਹੋ ਕੇ ਜਵਾਬ ਦਿੱਤਾ। ਸੋ ਪੀਤੋ ਕੀ ਕਹਿੰਦੀ ਹੈ ਕਿ ਉਹ ਨਿੱਕੀ ਜੀ ਗੱਲ ਨੂੰ ਕਿਤੇ ਦਾ ਕਿਤੇ ਲੈ ਜਾਂਦੀ ਹੈ। ਚੰਗਾ ਫਿਰ ਉੱਠ ਚੱਲੀਏ, ਧੁੱਪ ਚੜ੍ਹਦੀ ਹੈ। ਨਾਮੋ ਇਹ ਕਹਿ ਕੇ ਗੰਡਵਾ ਚੱਕ ਕੇ ਉੱਠ ਖੜੀ ਹੋਈ। ਪੀਤੋ ਵੀ ਉੱਠੀ ਤੇ ਦੋਨੇ ਘਰਾਂ ਵੱਲ ਨੂੰ ਤੁਰ ਪਈਆਂ। ਸੋ ਦੋਨੋਂ ਜਾਣੀਆਂ ਸਹੇਲੀਆਂ ਜਿਹੜੀਆਂ ਸੀ ਉਹ ਟਾਲੀ ਦੇ ਹੇਠਾਂ ਆਰਾਮ ਕਰਨ ਦੇ ਲਈ ਬੈਠੀਆਂ ਹੋਈਆਂ ਸੀ, ਜਿੱਥੇ ਉਹਨਾਂ ਨੇ ਚਰਖਾ ਕੱਤਣ ਬਾਰੇ ਆਪਣੀ ਭਰਜਾਈ ਦੇ ਨਾਲ ਰਲ ਕੇ ਜਿਹੜਾ ਆ ਕਢਾਈ ਕੱਢਣ ਬਾਰੇ ਜਾਂ ਆਪਣੀ ਭਰਜਾਈਆਂ ਦੇ ਸੁਭਾਅ ਬਾਰੇ ਜਿਹੜੀ ਸੀ ਉਹ ਗੱਲਬਾਤ ਕੀਤੀ। ਇਹ ਸਾਰੀ ਚਰਚਾ ਜਿਹੜੀ ਹੈ ਉਹਦੇ ਵਿੱਚ ਆਏਗੀ। ਕੁੜੇ ਆਪਾਂ ਐਸੇ ਬੁੜੀ ਨੂੰ ਨਾ ਰਲਾ ਲਈਏ। ਪੀਤੋ 2 ਕਦਮ ਤੁਰ ਕੇ ਇੱਕ ਪਿੱਛੋਂ ਆਉਂਦੀ ਬੁੱਢੀ ਵੱਲ ਇਸ਼ਾਰਾ ਕਰਕੇ ਬੋਲੀ, ਕੱਲੀਆਂ ਨੂੰ ਤਾਂ ਆਪਾਂ ਨੂੰ ਸੜਕ 'ਚ ਡਰ ਲੱਗੂ। ਰਾਹ ਵਿੱਚ ਇੱਕ ਜਰਨੈਲੀ ਸੜਕ ਸੀ, ਜਿੱਥੇ ਪਿੰਡ ਦੇ ਅਯਾਣੇ ਹੁੰਦੇ ਛੋਟੇ ਬੱਚੇ ਡਰਦੇ ਸਨ, ਕਿਉਂਕਿ ਉੱਥੋਂ ਕਈ ਕਿਸਮ ਦੇ ਲੋਕ ਜਾਂਗਲੀ ਤੇ ਰਾਸ਼ੇ ਲੰਘਦੇ ਸਨ। ਹੁਣ ਇੱਥੇ ਜਿਹੜੀ ਆ ਪੀਤੋ ਥੋੜੀ ਡਰਪੋਕ ਦਿਖਾਈ ਗਈ ਹੈ ਕਿ ਉਹ ਡਰਦੀ ਆ। ਉਹਨੂੰ ਇਸ ਤਰ੍ਹਾਂ ਲੱਗਦਾ ਆ ਕਿ ਜਿਹੜੀ ਉਹਨਾਂ ਦੇ ਰਸਤੇ ਦੇ ਵਿੱਚ ਜਰਨੈਲੀ ਸੜਕ ਪੈਂਦੀ ਆ, ਉਹ ਜਿਹੜਾ ਸੁਨਸਾਨ ਰਸਤਾ ਆ, ਉੱਥੇ ਜਿਹੜੇ ਛੋਟੇ ਬੱਚੇ ਜਾਂਦੇ ਆ, ਉਹਨਾਂ ਨੂੰ ਜਿਹੜੇ ਜਾਂਗਲੀ ਤੇ ਰਾਸ਼ੇ ਆ ਨਾ ਉਹ ਚੁੱਕ ਕੇ ਲੈ ਜਾਂਦੇ ਆ। ਸ਼ਾਇਦ ਉਹਨੇ ਕੋਈ ਨਾ ਕੋਈ ਇਹੋ ਜਿਹੀ ਘਟਨਾ ਸੁਣੀ ਹੋਵੇ ਜਾਂ ਵਾਪਰੀ ਹੋਵੇ ਜਿਹਦੇ ਨਾਲ ਇਹ ਗੱਲ ਜਿਹੜੀ ਆ ਉਹਦੇ ਜ਼ਿਹਨ ਦੇ ਵਿੱਚ ਬੈਠ ਗਈ ਸੀ ਕਿ ਜਦੋਂ ਇਕੱਲੇ ਜਿਹੜੇ ਬੱਚੇ ਜਾਂਦੇ ਆ ਤਾਂ ਉਹਨਾਂ ਨੂੰ ਰਾਸ਼ੇ ਚੁੱਕ ਕੇ ਲੈ ਜਾਂਦੇ ਆ। ਨਾਮੋ ਕੁਝ ਦਲੇਰ ਸੀ। ਨਹੀਂ ਡਰ ਕਾਹਦਾ, ਉਹ ਬੋਲੀ, ਕੋਈ ਨਹੀਂ ਤੈਨੂੰ ਫੜਦਾ, ਆਪਣਾ ਕਿਸੇ ਨੇ ਅਚਾਰ ਪਾਉਣਾ। ਪਰ ਇੱਥੇ ਨਾਮੋ ਜਿਹੜੀ ਹੈ ਉਹ ਬਹਾਦਰ ਦਿਖਾਈ ਗਈ ਹੈ। ਉਹ ਪੀਤੋ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕਰਦੀ ਹੈ ਕਿ ਉਹਨਾਂ ਨੂੰ ਕੁਛ ਨਹੀਂ ਹੋਣਾ, ਚੁੱਪ ਚਪੀਤੀਆਂ ਸੜਕ ਪਾਰ ਕਰ ਲੈਣਗੀਆਂ। ਨਹੀਂ ਉਹ ਨਾ ਕਹੋ, ਪੀਤੋ ਨੇ ਸਿਆਣਾ ਜਿਹਾ ਮੂੰਹ ਬਣਾ ਕੇ ਕਿਹਾ, ਭਾਬੀ ਕੇ ਪਿੰਡ ਦੇ ਲਾਗੇ ਇੱਕ ਪਿੰਡ ਹੈ, ਉੱਥੇ ਇਸੇ ਤਰ੍ਹਾਂ ਇੱਕ ਆਪਣੇ ਜਿੱਡੀ ਕੁੜੀ ਨੂੰ ਰਾਸ਼ੇ ਚੱਕ ਕੇ ਲੈ ਗਏ। ਸੋ ਹੁਣ ਪੀਤੋ ਦੇ ਜਿਹੜੀ ਜ਼ਿਹਨ ਆ ਉਹਦੇ ਵਿੱਚ ਇੱਕ ਗੱਲ ਬੈਠੀ ਹੋਈ ਸੀ, ਕਿਉਂਕਿ ਉਹਨੂੰ ਜਿਹੜਾ ਆ ਇਹ ਗੱਲ ਪਤਾ ਲੱਗੀ ਸੀ ਕਿ ਉਹਦੀ ਜਿਹੜੀ ਭਾਬੀ ਹੈ ਉਹਦੇ ਪੇਕਿਆਂ ਦੇ ਨਾਲ ਦੇ ਪਿੰਡ ਦੇ ਵਿੱਚੋਂ ਹੀ ਅਜਿਹੀ ਘਟਨਾ ਵਾਪਰੀ ਹੈ ਜਿੱਥੇ ਉਹਨਾਂ ਜਿੱਡੀ ਕੁੜੀ ਨੂੰ ਇੱਕ ਰਾਸ਼ਾ ਚੁੱਕ ਕੇ ਲੈ ਗਿਆ। ਸੋ ਸ਼ਾਇਦ ਇਹ ਗੱਲ ਜਿਹੜੀ ਆ ਉਹਦੇ ਦਿਮਾਗ ਦੇ ਵਿੱਚ ਬੈਠ ਚੁੱਕੀ ਸੀ, ਇਸ ਕਰਕੇ ਉਹ ਡਰਦੀ ਪਈ ਸੀ ਕਿ ਉਹਨਾਂ ਨੇ ਇਕੱਲਿਆਂ ਨੇ ਸੜਕ ਪਾਰ ਨਹੀਂ ਕਰਨੀ, ਕਿ ਜੇਕਰ ਉਹਨਾਂ ਨੂੰ ਕੋਈ ਰਾਸ਼ਾ ਮਿਲ ਗਿਆ ਤਾਂ ਉਹਨਾਂ ਦੋਨਾਂ ਨੂੰ ਚੱਕ ਕੇ ਲੈ ਜਾਵੇਗਾ। ਇਹ ਸੁਣ ਕੇ ਨਾਮੋ ਉਸ ਪਿੱਛੇ ਆਉਂਦੀ ਬੁੱਢੀ ਨੂੰ ਨਾਲ ਰਲਾਉਣਾ ਮੰਨ ਗਈ। 2 ਮਿੰਟ ਬਾਅਦ ਉਹ ਬੁੱਢੀ ਆ ਰਲੀ। ਸੋ ਉਹਨਾਂ ਨੇ ਜਦੋਂ ਦੇਖਿਆ ਕਿ ਇੱਕ ਬਜ਼ੁਰਗ ਔਰਤ ਜਿਹੜੀ ਹੈ ਉਹਨਾਂ ਦੇ ਪਿੱਛੇ ਪਿੱਛੇ ਤੁਰੀ ਆਉਂਦੀ ਹੈ, ਤਾਂ ਨਾਮੋ ਜਿਹੜੀ ਆ ਪੀਤੋ ਦੀ ਗੱਲ ਸੁਣ ਕੇ ਮੰਨ ਕੇ ਉਹਨਾਂ ਨੂੰ ਨਾਲ ਰਲਾਉਣ ਦੇ ਲਈ, ਬੁੱਢੀ ਨੂੰ ਨਾਲ ਰਲਾਉਣ ਦੇ ਲਈ ਮੰਨ ਗਏ। ਅੰਮਾ ਸਾਨੂੰ ਸੜਕ ਤੋਂ ਡਰ ਲੱਗਦਾ ਹੈ, ਅਸੀਂ ਕਿਹਾ ਅੰਮਾ ਨਾਲ ਚੱਲਾਂਗੇ। ਨਾਮੋ ਨੇ ਅੰਮਾ ਨੂੰ ਖੁਸ਼ ਕਰਨ ਦੇ ਲਈ ਕਿਹਾ। ਸੋ ਜਿਹੜੀ ਹੈ ਨਾਮੋ ਉਹਨੇ ਪੀਤੋ ਦੀ ਗੱਲ ਮੰਨ ਕੇ ਬੁੱਢੀ ਨੂੰ ਅਰਜ਼ ਕੀਤੀ, ਬੇਨਤੀ ਕੀਤੀ ਕਿ ਉਹਨਾਂ ਨੂੰ ਇਕੱਲਿਆਂ ਨੂੰ ਸੜਕ ਪਾਰ ਕਰਨ ਤੋਂ ਡਰ ਲੱਗਦਾ ਆ, ਇਸ ਕਰਕੇ ਉਹ ਉਹਨਾਂ ਨੂੰ ਜਿਹੜਾ ਆ ਨਾਲ ਲੈ ਕੇ ਸੜਕ ਪਾਰ ਕਰਾਵੇ। ਸ਼ਾਇਦ ਇਹ ਗੱਲ ਉਹਨੇ ਬੁੱਢੀ ਨੂੰ ਖੁਸ਼ ਕਰਨ ਲਈ ਜਾਂ ਬਜ਼ੁਰਗ ਨੂੰ ਉਹਦੀ ਵਡੱਪਨ ਦਾ ਸਬੂਤ ਦੇਣ ਦੇ ਲਈ ਆਖੀ ਹੋਵੇ ਕਿ ਸ਼ਾਇਦ ਜਿਹੜੇ ਬਜ਼ੁਰਗ ਆ ਉਹ ਸਾਡੇ ਸਿਰ 'ਤੇ ਇੱਕ ਬਹੁਤ ਵੱਡਾ ਆਸਰਾ ਆ, ਜਿਹਦੇ ਨਾਲ ਅਸੀਂ ਵੱਡੀ ਤੋਂ ਵੱਡੀ ਮੁਸੀਬਤ ਜਿਹੜੀ ਆ ਉਹ ਜਰ ਸਕਦੇ ਹਾਂ ਜਾਂ ਵੱਡੀ ਮੁਸੀਬਤ ਤੋਂ ਨਿਕਲ ਸਕਦੇ ਹਾਂ। ਨਹੀਂ ਤੁਹਾਨੂੰ ਕੌਣ ਚੱਕੀ ਜਾਂਦਾ ਹੈ? ਹੂਰਾਂ ਜਾਂਦੀਆਂ, ਹੂਰਾਂ ਕਹਿੰਦੇ ਪਰੀਆਂ ਨੂੰ, ਹੂਰਾਂ ਜਾਂਦੀਆਂ ਨੂੰ ਸੜਕ 'ਤੇ ਬੁੱਢੀ ਸੜ ਕੇ ਬੋਲੀ। ਉਹ ਆ ਕੁੜੇ ਅੰਮਾ ਪੀਤੋ ਦੇ ਮੂੰਹੋਂ ਨਿਕਲਿਆ। ਚੱਲ ਧੀਏ ਚੱਲ, ਉਹਨੇ ਝੱਟ ਨਰਮ ਹੋ ਕੇ ਬੋਲਿਆ। ਸੋ ਅਖੀਰ ਜਿਹੜੀ ਹੈ ਬੁੱਢੀ ਨੇ ਉਹਨਾਂ ਨੂੰ ਸੜਕ ਪਾਰ ਕਰਵਾ ਦਿੱਤੀ। ਇਸ ਤਰ੍ਹਾਂ ਜਦੋਂ ਤੁਸੀਂ ਇਹ ਲਿਖਣਾ ਆ ਕਿ ਵਾਰਤਾਲਾਪ ਜਿਹੜੀ ਆ ਉਹ ਉੱਥੋਂ ਸ਼ੁਰੂ ਕਰ ਦੇਣੀ ਆ ਜਿੱਥੇ ਉਹਨਾਂ ਦੀ ਭਰਜਾਈ ਦੇ ਬਾਰੇ ਸੰਵਾਦ ਸ਼ੁਰੂ ਹੁੰਦਾ ਆ ਕਿ ਉਹਨਾਂ ਦੀ ਭਰਜਾਈਆਂ ਖੇਤਾਂ ਵਿੱਚ ਕਿਉਂ ਨਹੀਂ ਜਾਂਦੀਆਂ। ਫਿਰ ਜਿਹੜੀਆਂ ਨਾਮੋ ਮਹਿਸੂਸ ਕਰਦੀ ਆ ਕਿ ਉਹਨੂੰ ਕੋਈ ਪਿਆਰ ਨਹੀਂ ਕਰਦਾ, ਤੇ ਉਹ ਝੱਟ ਘੜੀ ਜਿਹੜੀਆਂ ਆਰਾਮ ਕਰਨ ਦੇ ਲਈ ਟਾਲੀ ਦੇ ਰੁੱਖ ਹੇਠ ਬੈਠ ਜਾਂਦੀਆਂ। ਉਸ ਤੋਂ ਬਾਅਦ ਉਹ ਆਪਣੀ ਭਰਜਾਈ ਬਾਰੇ ਕੀ ਵਿਚਾਰ ਚਰਚਾ ਕਰਦੀਆਂ ਜਾਂ ਜਰਨੈਲੀ ਸੜਕ ਪਾਰ ਕਰਨ ਨੂੰ ਡਰਦੀਆਂ, ਇਹ ਸਾਰੀ ਵਿਚਾਰ ਚਰਚਾ ਜਿਹੜੀ ਹੈ ਉਹ ਇਹਦੇ ਵਿੱਚ ਸ਼ਾਮਿਲ ਹੋਏਗੀ। ਸੋ ਇਹ ਕਹਾਣੀ ਜਿਹੜੀ ਹੈ ਪੱਤਾ ਉਹ ਇੱਕ ਕਹਿ ਲਓ ਪੇਂਡੂ ਜ਼ਿੰਦਗੀ ਦੀ ਸਧਾਰਨਤਾ ਨੂੰ ਸਾਡੇ ਸਾਹਮਣੇ ਪੇਸ਼ ਕਰਦੀ ਹੈ ਕਿ ਇੱਕ ਪਾਸੇ ਜਿਹੜੀ ਨਾਮੋ ਹੈ
ਉਹ ਦਿਖਾਈ ਗਈ ਹੈ ਜਿਹੜੀ ਕਿ ਨਾ ਚਾਹੁੰਦਿਆਂ ਹੋਇਆਂ ਵੀ ਮਾਂ ਦੀ ਆਵਾਜ਼ ਦੇਣ 'ਤੇ ਉੱਠ ਖਲੋਂਦੀ ਹੈ ਤੇ ਖੇਤਾਂ ਵਿੱਚ ਪੱਤਾ ਦੇਣ ਦੇ ਲਈ ਤਿਆਰ ਹੋ ਜਾਂਦੀ ਹੈ। ਔਰ ਦੂਸਰੇ ਪਾਸੇ ਹਰਨਾਮ ਸਿੰਘ ਦੀ ਮਾਨਸਿਕਤਾ ਦਿਖਾਈ ਗਈ ਹੈ ਕਿ ਜਿਹੜਾ ਨਿਤ ਇੱਕੋ ਹੀ ਉਮੀਦ ਦੇ ਉੱਪਰ ਖੇਤਾਂ ਦੇ ਵਿੱਚ ਜਾਂਦਾ ਆ ਤੇ ਇਹੀ ਉਮੀਦ ਰੱਖਦਾ ਆ ਕਿ ਸ਼ਾਇਦ ਅੱਜ ਉਹਦੀ ਪਤਨੀ ਪੱਤਾ ਲੈ ਕੇ ਆਏਗੀ, ਪਰ ਉਹਦੀ ਇਹ ਮੁਰਾਦ ਜਿਹੜੀ ਆ ਉਹ ਮਾਂ ਦੇ ਲਾਲਚ ਕਰਕੇ ਕਦੇ ਵੀ ਪੂਰੀ ਨਹੀਂ ਹੁੰਦੀ। ਸੋ ਵਿਚਾਰਾ ਆਪਣੇ ਖੇਤੀ ਦੇ ਕੰਮ ਵਿੱਚ ਜੁਟਿਆ ਹੋਇਆ ਆਪਣੀਆਂ ਬਹੁਤ ਸਾਰੀਆਂ ਇੱਛਾਵਾਂ ਨੂੰ ਮਾਰਦਾ ਆ। ਸੋ ਇਹ ਜਿਹੜੀ ਕਹਾਣੀ ਆ ਉਹ ਕਿਸਾਨੀ ਜੀਵਨ ਦੀ ਸਧਾਰਨਤਾ ਨੂੰ ਸਾਡੇ ਸਾਹਮਣੇ ਪੇਸ਼ ਕਰਦੀ ਹੈ ਕਿ ਕਿਸਾਨੀ ਜੀਵਨ ਜਿਹੜਾ ਹੈ ਉਹ ਮਿਹਨਤ ਮੁਸ਼ੱਕਤ ਵਾਲਾ ਜੀਵਨ ਹੈ, ਜਿਹਦੇ ਵਿੱਚ ਬਹੁਤ ਸਾਰੀਆਂ ਉਮੀਦਾਂ ਤੇ ਇੱਛਾਵਾਂ ਨੂੰ ਮਾਰਨਾ ਪੈਂਦਾ ਆ। ਸੋ ਧਿਆਨ ਨਾਲ ਬੇਟੇ ਪੜ੍ਹੋ ਸਟੋਰੀ ਨੂੰ ਤੇ ਸਮਝੋ।